इस वक्त मैं खड़ा हूँ जी कश्मीर में चुंजाल हिल के जगह पे अपने ट्री हाउस पे। और ये मेरे ट्री हाउस के अंदर इस वक्त बल्कि लेज जो है हमारी, ट्री हाउस तो नहीं लेज है, इस लेज पे मेरे साथ मेरे बड़े प्यारे महबूब दोस्त जिनकी मैं बड़ी इज़्ज़त करता हूँ और बड़े कीमती आदमी हैं, इनको मैं कश्मीर लेके आया हूँ। आज 1 मार्च को इनको हमसे सीखें भी उनसे। अच्छा ये दसो सर तुसां काजी साहब, काजी एजाज साहब कि ਜਿਹੜਾ ਪਨੀਰੀਆਂ ਜਿਹੜੀਆਂ ਹੋਣੀਆਂ, ਲੋਕ ਕਹਿਣਾ ਜੀ ਬੀਜ ਅੱਛੇ ਨਹੀਂ ਮਿਲਣੇ, ਪਨੀਰੀ ਅੱਛੀ ਨਹੀਂ ਮਿਲਣੀ ਤੇ ਬੂਟਾ ਜਿਹੜਾ ਨਾ ਉਹ ਉਗਣਾ ਤੇ ਉਹ ਫਲ ਠੀਕ ਨਹੀਂ ਡਾਣਾ। ਤੁਹਾਡਾ ਕਿਹੜਾ ਤੇ ਮੈਂ ਦੇਖਿਆ ਕਿ 2 ਬੂਟੇ ਲਾਓ ਤੇ ਸਾਰਾ ਘਰ ਖਾਣਾ ਹੈ, ਉਸની ਕੀ ਕਹਾਣੀ ਹੈ ਜ਼ਰਾ ਦੱਸੋ ਜ਼ਰਾ। सर इस तरह साढ़े बीज इंपोर्टेड हैं सारे जी और बहुत कास्टली बीज हैं जी। ਅਸੀਂ ਉਹਨਾਂ ਨੂੰ ਫਿਰ ਆਮ ਤਰੀਕੇ ਨਾਲ ਉਗਾਉਂਦੇ ਨਹੀਂ ਆ जी ਮਤਲਬ 2 ਕਰੇਲੇ ਅਗਰ ਤੁਸੀਂ ਘਰ ਵਿੱਚ ਲਗਾ ਲਓ ਜਾਂ 2 ਬੈਂਗਣ ਦੇ ਪੌਦੇ जी ਤੇ ਇਨਸ਼ਾਅੱਲਾ ਜਿਸ ਵਕਤ ਸੀਜ਼ਨ ਖਤਮ ਹੋਏਗਾ ਘਰ ਵਾਲੇ ਹੱਥ ਬੰਨ ਦੇਣਗੇ, ਖੁਦਾ ਨਾ ਇਹ ਬੈਂਗਣ ਦੇ ਬੂਟੇ ਸੁੱਟੋ ਤੇ ਬਾਹਰ ਸੁੱਟੋ, ਇਹਨਾਂ ਨੂੰ ਬਹੁਤ ਖਾ ਲੇ ਜੀ। ਠੀਕ ਹੈ ਨਾ ਜੀ। ਤੇ ਇਹ ਦੱਸੋ ਕਿ ਸਾਨੂੰ ਜਿਹੜਾ ਇੱਕ ਤੇ ਪਹਿਲੀ ਗੱਲ ਹੈ ਕਿ ਕਿਆ ਇਹ ਬੀਜ ਸਾਡੇ ਕੋਲ ਇੱਥੇ ਕਸ਼ਮੀਰ ਵਿੱਚ ਮਤਲਬ ਕਿਸ ਟਾਈਮ ਲੱਗਣਗੇ, ਇਸ ਦੇ ਬਾਰੇ 'ਚ ਕੋਈ ਟ੍ਰੇਨਿੰਗ ਅਸੀਂ ਦੇ ਰਹੇ ਹਾਂ, ਉਹ ਤੇ ਮਜ਼ੀਦ ਕਰਾਂਗੇ ਕਿ ਕਿਹੜੇ ਸਾਨੂੰ ਇਸ ਜਗ੍ਹਾ ਤੇ ਐਸਾ ਗਾਰਡਨ ਲਗਾਉਣਾ ਚਾਹੀਦਾ ਹੈ ਕਿ ਉਹਦੀ ਜ਼ਰੂਰਤ ਪੂਰੀ ਹੋ ਜਾਏ। ਕੱਲ੍ਹ ਵੀ ਅਸੀਂ ਗੱਲ ਕਰ ਰਹੇ ਸਾਂ ਕਿ ਛੋਟਾ ਜਿਹੜਾ ਯਾਨੀ ਕਿ ਕਮਿਊਨ ਲੈਵਲ ਤੇ ਗ੍ਰਾਂ ਦੇ ਲੈਵਲ ਤੇ ਐਸੇ ਫਾਰਮਰ ਜਿਹੜੇ ਕਿ ਗ੍ਰਾਂ ਦੇ ਹਵਾਲੇ ਨਾਲ ਆਪਣੀ ਜ਼ਰੂਰਤ ਦੇ ਮੁਤਾਬਿਕ ਸਬਜ਼ੀਆਂ ਉਗਾਉਣ, ਉਹਦੇ ਬਾਰੇ 'ਚ ਕੋਈ ਗੱਲ ਕਰੋ ਸਰ। ਇਸ ਤਰ੍ਹਾਂ ਕਿ ਹਰ ਆਦਮੀ ਹਰ ਕੰਮ ਨਹੀਂ ਕਰ ਸਕਦਾ। ਇਹ ਜਿਹੜੇ ਹਾਈਬ੍ਰਿਡ ਬੀਜ ਹਨ ਇਹ ਬਹੁਤ ਕਾਸਟਲੀ ਬੀਜ ਹਨ, ਇਹਨਾਂ ਨੂੰ ਅਸੀਂ ਬੜੇ ਸਪੈਸ਼ਲ ਤਰੀਕੇ ਨਾਲ ਉੱਥੇ ਪਿੰਡੀ 'ਚ ਉਗਾਉਂਦੇ ਹਾਂ ਆਪਣੀ ਨਰਸਰੀ ਤੇ। ਠੀਕ ਹੈ। ਤਲਹਾ ਸੀਡਲਿੰਗ ਤੇ। ਠੀਕ ਹੈ। ਠੀਕ ਹੈ। दूसरा इतने मसला यह होंगे कि बहुत ज़्यादा सर्दी होंगी, सर्दी जिस वक्त ख़त्म होएगी उस वक्त अगर बीज लगाएंगे तो वह महीना तो बीज 14-15 दिन उगने च लगाएगा, अगे वो ट्रांसप्लांटिंग वास्ते मजीद 1.5 महीना लगा जाएगा, यानी 2 महीने लग जाएंगे उसनू तुसी फील्ड ट्रांसफर करो जी। ठीक है। इसका बेहतरीन हल ये है कि बेहतरीन हाईब्रिड पनीरियाँ लितियाँ जान, अज लगाओगे तुसी वो 30-40 दिनों के अंदर फ्रूटिंग तैयार। इंशाअल्लाह ताला सारे दसांगे लोगों को।